जी आए ਨੂੰ ਪਿਆਰੇ ਵਿਦਿਆਰਥੀਓ। ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੀ 9ਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਇੰਗਲਿਸ਼ ਗ੍ਰਾਮਰ ਉਸ ਦਾ ਲੈਸਨ ਨੰਬਰ 2 ਮੋਡਲਸ ਉਸ ਦੀ 3 ਐਕਸਰਸਾਈਜ਼ਸ ਅਗਲੀਆਂ ਐਕਸਰਸਾਈਜ਼ 4, 5 ਐਂਡ 6 ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਸੋ ਤੁਸੀਂ ਸਾਰੇ ਆਨਸਰਸ ਨੂੰ ਨੋਟ ਡਾਊਨ ਕਰ ਲਓ ਤੇ ਜਿਹੜੀ ਐਕਸਪਲੇਨੇਸ਼ਨ ਦੱਸੀ ਜਾਏਗੀ ਉਹਨੂੰ ਬੜੇ ਧਿਆਨ ਦੇ ਨਾਲ ਸੁਣੋ ਤੇ ਫਿਰ ਸਾਰੀ ਐਕਸਰਸਾਈਜ਼ਸ ਨੂੰ ਤੁਸੀਂ ਬਿਨਾਂ ਦੇਖੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ। ਸੋ ਸ਼ੁਰੂ ਕਰੀਏ। ਇਸੇ ਚੈਨਲ ਦੇ ਉੱਤੇ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਨਾਲ ਸੰਬੰਧਿਤ ਤੁਹਾਡੀਆਂ 5 ਪਲੇਲਿਸਟਾਂ ਹੋ ਰਹੀਆਂ ਨੇ ਤੇ ਤੁਸੀਂ ਉਹਨਾਂ ਦਾ ਲਾਹਾ ਵੀ ਲੈ ਸਕਦੇ ਹੋ। ਇੱਕ ਹੈਗੀ 9th ਇੰਗਲਿਸ਼ MCB, ਦੂਜੀ ਹੈਗੀ ਹੈ 9th ਇੰਗਲਿਸ਼ ਸਪਲੀਮੈਂਟਰੀ, ਤੀਜੀ ਹੈਗੀ ਹੈ 9th ਸਾਇੰਸ, ਚੌਥੀ ਹੈਗੀ ਹੈ 9th ਮੈਥ ਤੇ ਪੰਜਵੀਂ ਹੈਗੀ ਹੈ 9th ਮੈਥ ਨੋਟਸ। ਸੋ ਤੁਸੀਂ ਮੈਥ, ਸਾਇੰਸ ਔਰ ਬਾਕੀ ਅੰਗਰੇਜ਼ੀ ਦੇ ਜਿਹੜੀ ਕਿਤਾਬਾਂ ਨੇ ਉਹਨਾਂ ਦਾ ਲਾਹਾ ਵੀ ਲੈ ਸਕਦੇ ਹੋ। सो एक्सरसाइज 4 बच्चों कहती है फिल इन दी ब्लैंक्स विद एप्रोप्रीएट मॉडल्स। एप्रोप्रीएट में ढुकवें ਜਿਹੜੇ सही बैठते हैं मॉडल्स वो खाली स्थान ਵਿੱਚ ਭਰੋ। सो पहला है बच्चों शैल आई ओपन द विंडोज़ कि मैं खिड़कियां ताकियां बारियां खोल देवां। आई ਦੇ ਨਾਲ ਵੀ ਦੇ ਨਾਲ ਜ਼ਿਆਦਾਤਰ ਸ਼ੈਲ ਆਉਂਦਾ ਹੈ ਪਰ ਵੀ ਵਿਲ ਵੀ ਵਰਤਿਆ ਜਾਂਦਾ ਹੈ, ਪਰ ਜਿੱਦਾਂ ਇਹ ਬਿਲਕੁਲ ਸਹੀ ਬੈਠਦਾ ਹੈ ਸ਼ੈਲ ਆਈ ਓਪਨ ਦਾ ਵਿੰਡੋਜ਼ कि घर बैठे ने कोई लग रहा कि हवा नहीं चल रही या बाहर हवा वधिया अंदर हुम जाएगा तो कह दिया बंदा कहना कि मैं ताकियां खोल देवां बारियां खोल देवां। सो असीं अंग्रेजी कहांगे शैल ही ओपन द विंडोज़ तो दूजा बंदा कहे यस गो एट भी खोल दे। ठीक है, जवाब फिर बंदा इदां कह दिंदा। दूजा देखिए मे वी प्ले इन दी गार्डन कि असीं बगीचे विच खेल लईए तो असीं यह भी कह सकते हैं कैन वी प्ले इन दी गार्डन कि ਅਸੀਂ ਬਗੀਚੇ 'ਚ ਖੇਲ ਸਕਦੇ ਹਾਂ। ਕੈਨ ਵੀ ਰਿਕੁਐਸਟ ਵਾਸਤੇ ਵਰਤਿਆ ਜਾਂਦਾ ਹੈ, ਮੇ ਵੀ ਰਿਕੁਐਸਟ ਵਾਸਤੇ ਵਰਤਿਆ ਜਾਂਦਾ ਹੈ, ਪਰ ਮੇ ਵਿੱਚ ਥੋੜ੍ਹੀ ਰਿਕੁਐਸਟ ਜ਼ਿਆਦਾ ਹਲੀਮੀ ਵਾਲੀ ਹੈ, ਜ਼ਿਆਦਾ ਆਦਰ ਸਤਿਕਾਰ। ਮਤਲਬ ਜਿਹਦੇ ਬਹੁਤ ਜ਼ਿਆਦਾ ਪਰਮਿਸ਼ਨ ਕੋਈ ਵੱਡਾ ਹੋਵੇ, ਕੋਈ ਅਥੋਰਿਟੀ ਵਿੱਚ ਹੋਵੇ, ਉਹਦੇ ਕੋਲੋਂ ਵੱਡੇ ਨੂੰ ਕਹਿਣਾ ਹੋਵੇ ਤਾਂ ਅਸੀਂ ਮੇ ਵਰਤਾਂਗੇ ਤੇ ਆਮ ਤੌਰ 'ਤੇ ਜਿਹੜਾ ਆਮ ਸਧਾਰਨ ਬੰਦਾ ਜਿੱਦਾਂ ਬਹੁਤ ਵੱਡਾ ਨਹੀਂ ਹੈਗਾ ਸਾਡੇ ਬਰਾਬਰ ਦਾ, ਫਿਰ ਅਸੀਂ ਕੈਨ ਵੀ ਵਰਤ ਸਕਦੇ ਹਾਂ। ਸੋ ਅਸੀਂ ਇਹ ਕਹਿ ਸਕਦੇ ਹਾਂ ਕਿ ਦੋਨਾਂ ਵਿੱਚ ਰਿਕੁਐਸਟ ਹੈਗੀ ਹੈ। ਮੇ ਵਿੱਚ ਰਿਕੁਐਸਟ ਦਾ, ਬੇਨਤੀ ਦਾ, ਆਦਰ ਦਾ ਭਾਵ ਜ਼ਿਆਦਾ ਹੈਗਾ ਤੇ ਕੈਨ ਵਿੱਚ ਥੋੜ੍ਹਾ ਘੱਟ ਹੈਗਾ। ਠੀਕ ਹੈ। ਦੇ ought ਟੂ ਵਰਕ ਹਾਰਡ ਫॉर ਅ ਲਿਵਿੰਗ। ਇੱਥੇ ਲਿਵਿੰਗ ਦਾ ਮਤਲਬ ਹੁੰਦਾ ਹੈ ਰੋਜੀ ਰੋਟੀ। ਵਰਕ ਹਾਰਡ ਮੈਨੇ ਮਿਹਨਤ। ਦੇ ought ਟੂ ਵਰਕ। ਹੁਣ ਬੱਚੋ ought ਟੂ ਜਿਹੜਾ ਹੈ ਨਾ, ਟੂ ought ਟੂ ਇਹ ਇਕੱਠਾ ਵਰਤਿਆ ਜਾਂਦਾ ਹਮੇਸ਼ਾ ਤੇ ਇਹਦਾ ਜਿਹੜਾ ਬਦਲ ਹੈਗਾ ਉਹ ਹੈਗਾ ਸ਼ੁੱਡ। ਸੋ ਜਦੋਂ ਕਿਤੇ ਇੱਥੇ ਟੂ ਆ ਜਾਏ ਤੇ ਇਹਦਾ ਮਤਲਬ ਹੈ ਕਿ ought ਆਏਗਾ। ਜਿੱਥੇ ਮੋਡਲਸ ਦੀ ਗੱਲ ਹੋ ਰਹੀ ਹੈ, ਮੈਂ ਹਰ ਥਾਂ ਦੀ ਗੱਲ ਨਹੀਂ ਕਰ ਰਿਹਾ। ought ਟੂ ਜੋੜੀਦਾਰ ਹੈ। ought ਕੱਲਾ ਵੀ ਨਹੀਂ ਵਰਤਿਆ ਜਾਂਦਾ, ਕੱਲਾ ਕਦੀ ਨਹੀਂ ਵਰਤਿਆ ਜਾਂਦਾ, ought ਟੂ ਹੀ ਵਰਤਿਆ ਜਾਂਦਾ ਹੈ। ਤੇ ਜੇ ਮੈਂ ought ਟੂ ਦੀ ਜਗ੍ਹਾ ਕੁਝ ਵਰਤਣਾ ਹੋਵੇ ਫਿਰ ਸ਼ੁੱਡ ਹੁੰਦਾ ਹੈ। ਜੇ ਤੇ ਟੂ ਨਾ ਹੁੰਦਾ, ਇਹ ਜੇ ਤੁਸੀਂ ਖਾਲੀ ਥਾਂ ਦੇਖੋ, ਖਾਲੀ ਥਾਂ ਤੋਂ ਬਾਅਦ ਟੂ ਹੈਗਾ ਤੇ ਮੈਨੂੰ ਸਿੱਧਾ ਪਤਾ ਲੱਗ ਗਿਆ ਕਿ ਇੱਥੇ ought ਆਉਣਾ ਹੈ। ਸੋ ਇਹ ਇੱਕ ਬੜੀ ਵੱਡੀ ਨਿਸ਼ਾਨੀ ਹੈਗੀ ਹੈ, ਬੜੀ ਕੀਮਤੀ ਨਿਸ਼ਾਨੀ ਹੈ, ਤੁਸੀਂ ਚੇਤੇ ਰੱਖਣੀ ਹੈ। ਸ਼ੁੱਡ ਆਪਣੇ ਆਪ 'ਚ ਇਕੱਲਾ ਵਰਤਿਆ ਜਾਂਦਾ ਹੈ ਤੇ ought ਟੂ ਇਕੱਠਾ ਵਰਤਿਆ ਜਾਂਦਾ ਹੈ। ਸੋ ought ਟੂ ਤੇ ਸ਼ੁੱਡ ਦਾ ਇੱਕੋ ਹੀ ਮਤਲਬ ਹੈ। ਸੋ ਇਹਦਾ ਮਤਲਬ ਕੀ ਹੋਇਆ, ਦੇ ought ਟੂ ਵਰਕ ਹਾਰਡ ਦਾ ਮਤਲਬ ਹੋ ਗਿਆ ਦੇ ਸ਼ੁੱਡ ਵਰਕ ਹਾਰਡ। ਸ਼ੁੱਡ ਇੱਥੇ ਕੀ ਦਰਸਾਉਂਦਾ ਹੈ, ought ਟੂ ਕੀ ਦਰਸਾਉਂਦਾ ਹੈ, ਫਰਜ਼। ਉਹਨਾਂ ਨੂੰ ਮਿਹਨਤ ਕਰਨੀ ਚਾਹੀਦੀ ਹੈ, ਵਰਕ ਹਾਰਡ ਮੁਸ਼ੱਕਤ ਕਰਨੀ ਚਾਹੀਦੀ ਹੈ। ਕਾਹਦੇ ਲਈ, ਫॉर ਅ ਲਿਵਿੰਗ, ਰੋਜ਼ੀ ਰੋਟੀ ਲਈ। ਠੀਕ ਹੈ, ਇੱਥੇ ਲਿਵਿੰਗ ਦਾ ਮਤਲਬ ਹੈਗਾ ਜੀਵਨ ਨਿਰਵਾਹ ਲਈ, ਰੋਜ਼ੀ ਰੋਟੀ ਲਈ, ਆਪਣੇ ਆਪ ਨੂੰ ਜੀਂਦੇ ਰੱਖਣ ਲਈ। ਫਿਰ ਆ ਗਿਆ ਯੂ ਮਸਟ ਟੇਕ ਐਕਸਰਸਾਈਜ਼ ਡੇਲੀ। ਹੁਣ ਬੱਚੋ ਮਸਟ ਔਰ ਸ਼ੁੱਡ ਇਹ ਵੀ ਰਲਦੇ ਮਿਲਦੇ ਨੇ। ਸ਼ੁੱਡ ਜ਼ਿਆਦਾਤਰ ਵਰਤਿਆ ਜਾਂਦਾ ਹੈ ਫਰਜ਼ ਲਈ, ਡਿਊਟੀ ਲਈ, ਓਬਲੀਗੇਸ਼ਨ ਲਈ ਤੇ ਜਾਂ ਕਹਿ ਲਓ ਕਿਸੇ ਲੋੜ ਲਈ। ਪਰ ਮਸਟ ਜਿੱਥੇ ਕਿਸੇ ਨੂੰ ਸਲਾਹ ਦੇਣੀ ਹੋਵੇ ਜਾਂ ਮਜਬੂਰ ਕਰਨਾ ਹੋਵੇ ਵੀ ਇਹ ਤੈਨੂੰ ਕਰਨਾ ਹੀ ਪੈਣਾ। ਜਿੱਦਾਂ ਮੰਨ ਲਓ ਡਾਕਟਰ ਕਹਿ ਰਿਹਾ ਬੰਦੇ ਦੀ ਬੁਰੀ ਹਾਲਤ ਹੈ, BP ਵੱਧ ਰਿਹਾ, ਉਹਦੀ ਸ਼ੂਗਰ ਜ਼ਿਆਦਾ ਹੈਗੀ ਹੈ, ਸੋ ਡਾਕਟਰ ਨੂੰ ਕਹਿੰਦਾ ਯੂ ਮਸਟ ਟੇਕ ਐਕਸਰਸਾਈਜ਼ ਡੇਲੀ। ਭਾਜੀ ਤੈਨੂੰ ਰੋਜ਼ ਵਰਜਿਸ਼ ਕਰਨੀ ਪੈਣੀ ਹੈ। ਇਹਦਾ ਮਤਲਬ ਕਰਨੀ ਪੈਣੀ ਹੈ, ਤੈਨੂੰ ਕਰਨੀ ਚਾਹੀਦੀ ਹੈ, ਜ਼ੋਰ ਲਾ ਕੇ ਕਰ। ਮਤਲਬ ਇਹ ਫਰਜ਼ ਨਹੀਂ ਹੈ, ਇਹ ਇੱਕ ਕੰਪਲਸ਼ਨ ਬਣ ਗਈ ਹੈ, ਇਹ ਹੁਣ ਤੇਰੀ ਬਿਮਾਰੀ ਕਰਕੇ ਲੋੜ ਬਣ ਗਈ ਹੈ। ਜਦੋਂ ਇੱਦਾਂ ਗੱਲ ਪੂਰੇ ਜ਼ੋਰ ਨਾਲ ਕਹਿਣੀ ਹੋਵੇ ਜਾਂ ਸਲਾਹ ਦੇਣੀ ਹੋਵੇ ਫਿਰ ਇੱਦਾਂ ਕਿਹਾ ਜਾਂਦਾ ਯੂ ਮਸਟ ਟੇਕ ਐਕਸਰਸਾਈਜ਼ ਡੇਲੀ। ਸੋ ਮਸਟ ਤਾਂ ਵਰਤਿਆ ਜਾਂਦਾ। ਠੀਕ ਹੈ। ਫਿਰ
ਕਿਉਂਕਿ ਐਕਸਰਸਾਈਜ਼ ਇੱਕ ਡਿਊਟੀ ਥੋੜੀ ਹੈਗੀ ਹੈ, ਫਰਜ਼, ਕਿਉਂਕਿ ਇਹ ਜਿੱਦਾਂ ਅਸੀਂ ਕਹਿੰਦੇ ਮਾਤਾ ਪਿਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ, ਠੀਕ, ਉਹ ਡਿਊਟੀ ਹੈਗੀ ਹੈ। ਯੂ ਮਸਟ ਸਟੱਡੀ ਹਾਰਡ, ਯੂ ਮਸਟ ਮੇਨਟੇਨ, ਯੂ ਸ਼ੁੱਡ ਮੇਨਟੇਨ ਡਿਸਿਪਲਿਨ, ਠੀਕ ਹੈ। ਸੋ ਮਸਟ ਸ਼ੁੱਡ ਬਦਲਵੇਂ ਰੂਪ ਵਿੱਚ ਵੀ ਵਰਤੇ ਜਾਂਦੇ ਹਨ, ਪਰ ਇੱਥੇ ਯੂ ਸ਼ੁੱਡ ਟੇਕ ਐਕਸਰਸਾਈਜ਼ ਡੇਲੀ, ਤਾਂ ਐਕਸਰਸਾਈਜ਼ ਇੱਕ ਫਰਜ਼ ਵਿੱਚ ਨਹੀਂ ਆਉਂਦਾ, ਐਕਸਰਸਾਈਜ਼ ਇੱਕ ਲੋੜ ਵਿੱਚ ਆਉਂਦਾ। ਸੋ ਯੂ ਮਸਟ ਟੇਕ ਐਕਸਰਸਾਈਜ਼ ਡੇਲੀ। ਸੋ ਇਹ ਤੇ ਹਮੇਸ਼ਾ ਜਦੋਂ ਇੱਥੇ ਐਕਸਕਲੇਮੇਸ਼ਨ ਸਾਈਨ ਹੈ, ਕਿਸੇ ਨੂੰ ਅਸੀਸ ਦੇਣੀ ਹੈ ਜਾਂ ਕਿਸੇ ਨੂੰ ਸ਼ਰਾਪ ਦੇਣਾ ਹੈ ਜੋ ਨਹੀਂ ਦੇਣਾ ਚਾਹੀਦਾ। ਸੋ ਮੇ ਗੋਡ ਬਲੈਸ ਯੂ, ਮਤਲਬ ਕਿ ਵਾਹਿਗੁਰੂ ਤੁਹਾਡਾ ਭਲਾ ਕਰੇ, ਰੱਬ ਤੈਨੂੰ ਨਿਵਾਜੇ, ਠੀਕ ਹੈ ਨਾ, ਰੱਬ ਤੈਨੂੰ ਚੜ੍ਹਦੀਆਂ ਕਲਾ 'ਚ ਬਖਸ਼ੇ। ਸੋ ਮੇ ਗੋਡ ਬਲੈਸ ਯੂ, ਉੱਥੇ ਹਮੇਸ਼ਾ ਮੇ ਆਉਂਦਾ ਜਦੋਂ ਕਿਸੇ ਨੂੰ ਇੱਦਾਂ ਅਸੀਸ ਦੇਣੀ ਹੋਵੇ, ਕਿਸੇ ਨੂੰ ਚੰਗੀਆਂ ਕਾਮਨਾਵਾਂ ਸ਼ੁਭ ਕਾਮਨਾਵਾਂ ਦੇਣੀਆਂ ਹੋਣ, ਕਿ ਅਸੀਂ ਮੇ ਕਹਿੰਦੇ ਹਾਂ, ਠੀਕ ਹੈ। ਫਿਰ ਹੈਗਾ ਹੀ ਮਸਟ ਬੀ ਮੈਡ ਟੂ ਡੂ ਦਿਸ। ਹੁਣ ਇੱਥੇ ਮਸਟ ਔਰ ਸ਼ੁੱਡ ਕਿਹਾ ਹੈ, ਇੱਥੇ ਇਹ ਕੰਮ ਕਰਨ ਲਈ ਉਹਨੂੰ ਜ਼ਰੂਰ ਪਾਗਲ ਹੋਏਗਾ। ਹੀ ਮਸਟ ਬੀ ਮੈਡ ਟੂ ਡੂ ਦਿਸ, ਵੀ ਜੋ ਇਹ ਕੰਮ ਕੀਤਾ ਨਾ, ਵੀ ਉਹਦਾ ਲੱਗਦਾ ਦਿਮਾਗ ਫਿਰਿਆ ਹੋਇਆ ਸੀ, ਕਹਿੰਦੇ ਇਹ ਨਹੀਂ ਕੀਤਾ, ਉਹਨੇ ਇੱਦਾਂ ਕੀਤਾ, ਉਹਨੇ ਇਹ ਖੋਰੂ ਪਾਇਆ, ਉਹਨੇ ਇਹ ਕਮਲ ਕੁੱਟਿਆ, ਸਭ ਕਹਿੰਦੇ ਹੀ ਮਸਟ ਬੀ ਮੈਡ ਟੂ ਡੂ ਦਿਸ। ਫਿਰ ਅਸੀਂ ਇੱਦਾਂ ਕਰਾਂਗੇ, ਫਿਰ ਤਾਂ ਜ਼ਰੂਰ ਉਹਦਾ ਸਿਰ ਫਿਰ ਗਿਆ ਹੋਏਗਾ, ਉਹਦਾ ਦਿਮਾਗ ਘੁੰਮ ਗਿਆ ਹੋਏਗਾ, ਜਾਂ ਉਹਨੂੰ ਕੋਈ ਦੌਰਾ ਪਿਆ ਹੋਣਾ। ਸੋ ਹੀ ਮਸਟ ਬੀ ਮੈਡ ਟੂ ਡੂ ਦਿਸ, ਹੀ ਮਸਟ ਬੀ, ਵੀ ਇਹ ਉਹਨੇ ਇੱਦਾਂ ਨਹੀਂ ਕਰਨਾ ਸੀਗਾ, ਜ਼ਰੂਰ ਇੱਦਾਂ ਹੋਇਆ ਹੋਣਾ। ਹੀ ਮਸਟ ਬੀ ਮੈਡ ਟੂ ਡੂ ਦਿਸ, ਵੀ ਇਹ ਕੰਮ ਤੇ ਕੋਈ ਸਦਾ ਹੀ ਕਰ ਸਕਦਾ ਸੀਗਾ ਜੋ ਉਹਨੇ ਕੀਤਾ, ਜੋ ਉਹਨੂੰ ਖੋਰੂ ਪਾਇਆ, ਜੋ ਕਮਲ ਕੁੱਟਿਆ, ਹੈ ਨਾ। ਸੋ ਹੀ ਮਸਟ ਬੀ ਮੈਡ ਟੂ ਡੂ ਦਿਸ। ਫਿਰ ਦੇਖੋ ਇੱਥੇ ਵੀ ਹੁਣ ਫਿਰ ਆ ਗਿਆ ਵਿੱਚ ਟੂ। ਸੋ ਟੂ ਨੇ ਮੈਨੂੰ ਇੱਕ ਇਸ਼ਾਰਾ ਕਰਤਾ ਵੀ ਇੱਥੇ ਮੈਂ ਔਟ ਲਾਣਾ ਹੈ। ਵੀ ਔਟ ਟੂ ਹੈਲਪ ਦਾ ਪੂਅਰ ਪੀਪਲ, ਸਾਨੂੰ ਗਰੀਬ ਬੰਦਿਆਂ ਦੀ ਮਦਦ ਕਰਨੀ ਚਾਹੀਦੀ ਹੈ, ਇਹ ਫਰਜ਼ ਹੈ, ਮਨੁੱਖਤਾ ਦਾ ਫਰਜ਼ ਹੈ। ਸੋ ਇੱਥੇ ਔਟ ਟੂ ਦੀ ਜਗ੍ਹਾ ਮੈਂ ਸ਼ੁੱਡ ਵੀ ਪਾ ਸਕਦਾ, ਜੋ ਕਿ ਡਿਊਟੀ ਹੈ, ਆਬਲੀਗੇਸ਼ਨ ਹੈ, ਤੇ ਮੈਂ ਕਹਿਣਾ ਜੇ ਔਟ ਟੂ ਹਟਾ ਦੇਵਾਂ ਤੇ ਮੈਂ ਲਿਖ ਸਕਦਾ ਵੀ ਸ਼ੁੱਡ ਹੈਲਪ ਦੀ ਪੂਅਰ ਪੀਪਲ, ਸਾਨੂੰ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਹੈ। ਫਿਰ ਵੀ ਮਸਟ ਨਾਟ ਸਪਿਟ, ਸਪਿਟ ਹੁੰਦਾ ਥੁੱਕਣਾ, ਔਨ ਦੀ ਫਲੋਰ, ਫਰਸ਼, ਸਾਨੂੰ ਫਰਸ਼ ਉੱਤੇ ਥੁੱਕਣਾ ਨਹੀਂ ਚਾਹੀਦਾ। ਹੁਣ ਬੱਚੇ ਮੈਂ ਇੱਥੇ ਮਸਟ ਵੀ ਵਰਤਿਆ ਤੇ ਸ਼ੁੱਡ ਵੀ ਵਰਤਿਆ, ਰਲਵੇਂ ਜਿਹੇ ਅਰਥ ਨੇ। ਦੇਖੋ ਵੀ ਸ਼ੁੱਡ ਨਾਟ ਸਪਿਟ ਔਨ ਦੀ ਫਲੋਰ, ਇੱਥੇ ਵੀ ਸ਼ੁੱਡ ਨਾਟ ਸਪਿਟ ਔਨ ਦਾ ਫਲੋਰ, ਤੇ ਇਹ ਹੋ ਗਿਆ, ਇਹ ਅਸੀਂ ਆਪਣੇ ਆਪ ਨੂੰ ਚੇਤਾ ਕਰਾ ਰਹੇ ਹਾਂ ਵੀ ਸਾਡੀ ਡਿਊਟੀ ਹੈ ਕਿ ਗੰਦ ਨਹੀਂ ਪਾਉਣਾ, ਸਾਡਾ ਫਰਜ਼ ਹੈਗਾ, ਇਹ ਓਬਲੀਗੇਸ਼ਨ ਹੈਗੀ ਹੈ, ਠੀਕ ਹੈ। ਵੀ ਸ਼ੁੱਡ ਨਾਟ ਸਪਿਟ ਔਨ ਦੀ ਫਲੋਰ, ਤੇ ਵੀ ਮਸਟ ਨਾਟ ਸਪਿਟ ਔਨ ਦਾ ਫਲੋਰ, ਮੰਨ ਲਓ ਬੇਧਿਆਨੇ ਥੁੱਕਿਆ ਗਿਆ ਤੇ ਅਸੀਂ ਆਪਣੇ ਆਪ ਨੂੰ ਚੇਤਾ ਕਰਾਇਆ, ਆਪਣੇ ਆਪ ਨੂੰ ਸਲਾਹ ਦਿੱਤੀ, ਇਹ ਕੀ ਹੋ ਗਿਆ ਯਾਰ, ਵੀ ਮਸਟ ਨਾਟ ਸਪਿਟ ਔਨ ਦਾ ਫਲੋਰ, ਤੇ ਮੇਰੇ ਕੋ ਇਹ ਗਲਤੀ ਹੋ ਗਈ। ਆਪਣੇ ਆਪ ਨੂੰ ਜਿਹੜੇ ਅਸੀਂ ਕਹਿਣਾ ਹੋਵੇ, ਦੋ ਤਿੰਨ ਬੰਦੇ ਆ, ਦੋਸਤ ਹੈਗੇ ਆ, ਇੱਕ ਕੋ ਗਲਤੀ ਹੋ ਗਈ ਤੇ ਅਸੀਂ ਰਲ ਕੇ ਇਹ ਗੱਲ ਕਹੀ, ਮਤਲਬ ਕਿ ਇੱਕ ਦੂਜੇ ਨਾਲ ਸਹਿਮਤੀ ਨਾਲ ਕਹੀ ਕਿ ਵੀ ਮਸਟ ਨਾਟ ਸਪਿਟ ਔਨ ਦਾ ਫਲੋਰ, ਵੀ ਅੱਗੇ ਤੋਂ ਖਿਆਲ ਰੱਖਣਾ ਹੈ ਭਾਈ, ਇਹ ਕੰਮ ਗਲਤ ਹੋ ਗਿਆ, ਇਹ ਨਹੀਂ ਕਰਨਾ। ਤੇ ਜਨਰਲ ਤੌਰ ਤੇ ਅਸੀਂ ਜਿੱਦਾਂ ਕਹੀਏ ਕਲਾਸ ਵਿੱਚ ਬੱਚਿਆਂ ਨੂੰ ਸਮਝਾ ਰਹੇ ਹਾਂ, ਸੰਬੋਧਨ ਕਰ ਰਹੇ ਹਾਂ, ਜਾਂ ਅਸੀਂ ਸਮਾਜ ਵਿੱਚ ਚੰਗੇ ਆਪਣੇ ਸ਼ਹਿਰੀ ਬਣਨ ਦੀ ਗੱਲਾਂ ਸਿੱਖ ਰਹੇ ਹਾਂ, ਤੇ ਅਸੀਂ ਕਹਾਂਗੇ ਵੀ ਸ਼ੁੱਡ ਨਾਟ ਸਪਿਟ ਔਨ ਦਾ ਫਲੋਰ। ਇੱਕ ਚੰਗੇ ਸ਼ਹਿਰੀ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਸਾਨੂੰ ਫਰਸ਼ ਉੱਤੇ ਥੁੱਕਣਾ ਨਹੀਂ ਚਾਹੀਦਾ। ਸੋ ਮਸਟ ਵੀ ਆ ਸਕਦਾ ਹੈ ਤੇ ਸ਼ੁੱਡ ਵੀ ਆ ਸਕਦਾ ਹੈ। ਮਸਟ ਆ ਜਾਂਦਾ ਵੀ ਇੱਕ ਸਲਾਹ ਦੇ ਰੂਪ ਵਿੱਚ ਆ ਜਾਂਦਾ ਹੈ, ਇਹ 'ਚ ਆਪਣੇ ਆਪ ਨੂੰ ਸਲਾਹ ਦੇ ਰਹੇ ਹਾਂ, ਜਾਂ ਅਸੀਂ ਕਹਿ ਸਕਦੇ ਹਾਂ ਜਿਹੜੇ ਵੱਡੇ ਜਿਹੜੇ ਬੱਚਿਆਂ ਨੂੰ ਦੱਸ ਰਹੇ ਹੋਣ ਤੇ ਵੀ ਮਸਟ ਨਾਟ ਸਪਿਟ ਔਨ ਦਾ ਫਲੋਰ, ਅਗਰ ਨਿਆਣੇ ਨੇ ਥੁੱਕਿਆ ਤੇ ਵੱਡੇ ਸਮਝਾ ਰਹੇ ਨੇ ਵੀ ਮਸਟ ਨਾਟ ਸਪਿਟ ਔਨ ਦੀ ਫਲੋਰ, ਤੇ ਜਨਰਲ ਅਸੀਂ ਕਹਿ ਰਹੇ ਹਾਂ ਤੇ ਵੀ ਸ਼ੁੱਡ ਨਾਟ ਸਪਿਟ ਔਨ ਦੀ ਫਲੋਰ। ਸੋ ਦੋਨੋਂ ਰਲਵੇਂ ਹੀ ਅਰਥ ਹੈਗੇ ਨੇ, ਦੋਨੋਂ ਨੂੰ ਠੀਕ ਮੰਨਿਆ ਜਾਏਗਾ। ਫਿਰ ਇੱਦਾਂ ਹੀ 9th ਵਿੱਚ ਵੀ ਇਸ ਤਰ੍ਹਾਂ ਹੀ ਆਉਂਦਾ ਹੈ, 9ਵੇਂ ਪੁਆਇੰਟ ਵਿੱਚ ਵੀ ਮਸਟ ਨਾਟ ਵੇਸਟ ਟਾਈਮ ਇਨ ਆਈਡਲ ਗੌਸਿਪਸ, ਗੌਸਿਪ ਹੁੰਦੀਆਂ ਗੱਪਾਂ, ਨਿੰਦਾ ਚੁਗਲੀ, ਇੱਧਰ ਉੱਧਰ ਦੀ ਗੱਲਾਂ, ਆਈਡਲ ਮੈਨੇ ਬੇਫਜ਼ੂਲ, ਬੇਕਾਰ, ਜੇ 'ਚੋਂ ਕੁਛ ਨਿਕਲਣਾ ਨਹੀਂ। ਸੋ ਵੇਸਟ ਟਾਈਮ ਹੁੰਦਾ ਹੈ ਸਮਾਂ ਬਰਬਾਦ ਕਰਨਾ, ਸਾਨੂੰ ਫਾਲਤੂ ਦੀਆਂ ਗੱਪਾਂ ਵਿੱਚ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ। ਇਹ ਵੀ ਉਹਨਾਂ ਹੀ ਗੱਲ ਆ ਗਈ, ਮੰਨ ਲਓ ਅਸੀਂ 4-5 ਮੁੰਡੇ ਬੈਠੇ ਗੱਲਾਂ ਬਾਤਾਂ ਕਰਦੇ ਰਹੇ, ਫਿਰ ਮਹਿਸੂਸ ਹੋਇਆ ਯਾਰ ਇਹਦੇ ਟਾਈਮ ਅਜਾਈ ਜਾ ਰਿਹਾ, ਤੇ ਆਪਸ 'ਚ ਅਸੀਂ ਕਹਿਤਾ ਵੀ ਮਸਟ ਨਾਟ ਵੇਸਟ ਟਾਈਮ ਇਨ ਆਈਡਲ ਗੌਸਿਪਸ। ਤੇ ਇਹ ਵੀ ਇੱਕ ਜਨਰਲ ਓਬਲੀਗੇਸ਼ਨ, ਡਿਊਟੀ, ਫਰਜ਼ ਕਹਿ ਲਓ ਜਾਂ ਸਮਝਦਾਰੀ ਦੀ ਗੱਲ ਕਹਿ ਲਓ, ਵੀ ਸ਼ੁੱਡ ਨਾਟ ਵੇਸਟ ਟਾਈਮ ਇਨ ਆਈਡਲ ਗੌਸਿਪਸ। ਸੋ ਦੋਨੋਂ ਹੀ ਪ੍ਰਵਾਨ ਨੇ, ਮਸਟ ਵੀ ਤੇ ਸ਼ੁੱਡ ਵੀ, ਠੀਕ ਹੈ। ਇਹ ਇੱਥੇ ਦੋਨੋਂ ਚੱਲਣਗੇ, ਜਿੱਦਾਂ ਇੱਥੇ ਸੀਗਾ ਨਾ ਵੀ ਮਸਟ ਨਾਟ ਸਪਿਟ ਔਨ ਦੀ ਫਲੋਰ, ਵੀ ਸ਼ੁੱਡ ਨਾਟ ਸਪਿਟ ਔਨ ਦੀ ਫਲੋਰ, ਇਹ ਵੀ ਦੋਨੋਂ ਪ੍ਰਵਾਨ ਨੇ। ਤੇ ਵਿਲ ਯੂ ਪਲੀਜ਼ ਸਟਾਪ ਟਾਕਿੰਗ, ਕਿ ਤੂੰ ਮੂੰਹ ਬੰਦ ਕਰੇਗਾ, ਕਿ ਹੁਣ ਬੋਲਣਾ ਬੰਦ ਕਰੇਗਾ, ਕਿ ਹੁਣ ਚੁੱਪ ਦਾ ਦਾਨ ਬਖਸ਼ੇਗਾ। ਇਹ ਇਸ ਤਰ੍ਹਾਂ ਹੈ, ਮਤਲਬ ਜਦੋਂ ਅਸੀਂ ਕਹਿ ਰਹੇ ਬੰਦਾ ਕੋਈ ਬੋਲ ਰਿਹਾ ਰੌਲਾ ਪਾਈ ਜਾ ਰਿਹਾ, ਤੇ ਅਸੀਂ ਕਈ ਵਾਰ ਕਹਿੰਦੇ ਯਾਰ ਚੁੱਪ ਕਰ, ਹੁਣ ਸਾਹ ਲੈ ਲੈ ਮਾੜਾ ਜਿਹਾ, ਤੇ ਇੱਕ ਅਸੀਂ ਕਹਿਣ ਦਾ ਅੰਦਾਜ਼ ਪੰਜਾਬੀ 'ਚ ਵੀ ਤਾਂ ਕਹਿੰਦੇ ਹੁਣ ਤੂੰ ਚੁੱਪ ਕਰੇਗਾ,
ਹੁਣ ਬਸ ਕਰੇਗਾ, ਹੁਣ ਮੂੰਹ ਬੰਦ ਕਰੇਗਾ। ਤੇ ਇਹੀ ਗੱਲ ਅੰਗਰੇਜ਼ੀ ਚ ਕਹਿੰਦੇ ਵਿਲ ਯੂ ਸਟਾਪ, ਵਿਲ ਯੂ ਪਲੀਜ਼ ਸਟਾਪ ਟਾਕਿੰਗ। ਇਹਦਾ ਮਤਲਬ ਹੈ ਵੀ ਹੁਣ ਚੁੱਪ ਕਰਨਾ, ਵੀ ਹੁਣ ਤੂੰ ਚੁੱਪ ਕਰ ਜਾ, ਹੁਣ ਬੋਲਣਾ ਬੰਦ ਕਰ ਦੇ। ਵਿਲ ਯੂ ਪਲੀਜ਼ ਸਟਾਪ ਟਾਕਿੰਗ, ਠੀਕ ਹੈ, ਵੀ ਹੁਣ ਕਿਰਪਾ ਕਰਕੇ ਤੂੰ ਚੁੱਪ ਦਾ ਦਾਨ ਬਖਸ਼ੇਗਾ, ਕਿਰਪਾ ਕਰਕੇ ਹੁਣ ਬੋਲਣਾ ਬੰਦ ਕਰੇਗਾ। ਸੋ ਇਹਦਾ ਮਤਲਬ ਹੈ ਵੀ ਇੱਕ ਕਿਸਮ ਦਾ ਅਸੀਂ ਆਰਡਰ ਦੇ ਰਹੇ ਹਾਂ, ਉਹਨੂੰ ਕਹਿ ਰਹੇ ਹਾਂ ਵੀ ਕਾਕਾ ਬਹੁਤ ਹੋ ਗਿਆ, ਹੁਣ ਬੋਲਣਾ ਬੰਦ ਕਰ ਦੇ। ਐਕਸਰਸਾਈਜ਼ 5 ਆ ਗਈ, ਫਿਲ ਇਨ ਦੀ ਬਲੈਂਕਸ ਵਿਦ ਐਪਰੋਪਰੀਏਟ ਮੋਡਲਸ। ਉਹੀ ਸੇਮ ਹੈਗਾ, ਖਾਲੀ ਥਾਵਾਂ ਨੂੰ ਜਿਹੜੇ ਦਿੱਤੇ ਹੋਏ, ਜਿਹੜੇ ਇੱਥੇ ਦਿੱਤੇ ਹੋਏ ਨੇ ਬ੍ਰੈਕਟ ਵਿੱਚ, ਉਹਨਾਂ 'ਚ ਚੁਣ ਕੇ ਐਪਰੋਪਰੀਏਟ ਢੁਕਵੇਂ ਮੋਡਲਸ ਭਰਨੇ ਨੇ। ਯੂ ਮਸਟ ਟੇਕ ਐਕਸਰਸਾਈਜ਼ ਡੇਲੀ, ਦੇਖੋ ਉਹੀ ਗੱਲ ਆ ਗਈ, ਇੱਥੇ ਸ਼ੁੱਡ ਔਰ ਮਸਟ ਦੀ ਉਹਨਾਂ ਨੇ ਚੋਣ ਦਿੱਤੀ ਹੈ, ਪਹਿਲੇ ਚੋਣ ਨਹੀਂ ਸੀਗੀ ਤੇ ਅਸੀਂ ਆਪ ਹੀ ਕਰ ਲਿਆ ਸੀਗਾ। ਸੋ ਇਹਦੇ ਚੋਣ ਹੈਗੀ ਹੈ ਸ਼ੁੱਡ ਔਰ ਮਸਟ। ਸੋ ਮੈਂ ਜਿੱਦਾਂ ਕਿ ਮਸਟ ਜ਼ਿਆਦਾਤਰ ਸਲਾਹ ਦੇ ਰੂਪ ਵਿੱਚ ਆ ਜਾਂਦਾ ਹੈ ਤੇ ਜ਼ਰੂਰੀ, ਅਤ ਜ਼ਰੂਰੀ ਵਿੱਚ ਆ ਜਾਂਦਾ ਹੈ। ਸ਼ੁੱਡ ਜਿਹੜਾ ਹੈ ਉਹ ਫਰਜ਼ ਦੇ ਰੂਪ ਵਿੱਚ ਆ ਜਾਂਦਾ ਹੈ, ਡਿਊਟੀ ਦੇ ਰੂਪ ਵਿੱਚ ਆ ਜਾਂਦਾ ਹੈ। ਸੋ ਯੂ ਮਸਟ ਟੇਕ ਐਕਸਰਸਾਈਜ਼ ਡੇਲੀ, ਵੀ ਭਾਜੀ ਤੁਹਾਡੇ ਲਈ ਬਹੁਤ ਜ਼ਰੂਰੀ ਹੋ ਗਿਆ, ਤੁਹਾਡਾ ਭਾਰ ਵੱਧਦਾ ਜਾ ਰਿਹਾ ਹੈ, ਤੁਹਾਡੀ ਸ਼ੂਗਰ ਵੀ ਹਾਈ ਹੋ ਰਹੀ ਹੈ, ਤੁਹਾਡਾ ਬੀਪੀ ਵੀ ਵੱਧਦਾ ਜਾ ਰਿਹਾ ਹੈ, ਭਾਜੀ ਤੁਹਾਨੂੰ ਐਕਸਰਸਾਈਜ਼ ਕਰਨੀ ਪੈਣੀ ਹੈ, ਇਕੱਲਾ ਦਵਾਈ ਨਾਲ ਗੱਲ ਨਹੀਂ ਬਣਨੀ। ਸੋ ਯੂ ਮਸਟ ਟੇਕ ਐਕਸਰਸਾਈਜ਼ ਡੇਲੀ, ਡੇਲੀ ਮੈਨੇ ਰੋਜ਼, ਠੀਕ ਹੈ। ਯੂ ਮਸਟ ਕੀਪ ਯੂਰ ਪ੍ਰੋਮਿਸ, ਹੁਣ ਮੇ ਤੇ ਹੁੰਦਾ ਹੈ ਵੀ ਭਾਵੇਂ ਤੁਸੀਂ ਕਰੋ ਭਾਵੇਂ ਨਾ ਕਰੋ, ਮੇ ਦਾ ਮਤਲਬ ਤੁਹਾਡੀ ਇੱਛਾ ਦੇ ਅਨੁਸਾਰ ਹੈਗਾ। ਮਸਟ ਮੈਨੇ ਜ਼ਰੂਰੀ, ਕੀਪ ਯੂਰ ਪ੍ਰੋਮਿਸ ਜੋ ਵਚਨ ਦਿੱਤਾ ਹੈ ਉਹ 'ਤੇ ਖਰੇ ਉਤਰਨਾ ਚਾਹੀਦਾ ਹੈ, ਉਹਨੂੰ ਪੂਰਾ ਕਰਨਾ ਚਾਹੀਦਾ ਹੈ। ਫਿਰ ਬਾਅਦ 'ਚੋਂ ਇਹ ਨਹੀਂ ਕਹਿਣਾ ਚਾਹੀਦਾ ਇਹ ਤਾਂ ਜੁਮਲਾ ਸੀਗਾ। ਜਿੱਦਾਂ ਸਾਡੇ ਸਰਕਾਰੀ ਲੀਡਰ ਕੀ ਕਹਿੰਦੇ ਨੇ, ਉਹ ਵੋਟਾਂ ਤੋਂ ਪਹਿਲੇ ਕਹਿੰਦੇ ਨਾ 15-15 ਲੱਖ ਸਾਰਿਆਂ ਦੇ ਬੈਂਕ ਅਕਾਊਂਟ ਵਿੱਚ ਆਉਣਗੇ, ਤੇ ਉਹ ਸਰਕਾਰ ਬਣ ਗਈ ਤੇ ਉਹਨਾਂ ਨੇ ਪੁੱਛਿਆ ਦੱਸੋ ਜੀ 15 ਲੱਖ ਦਾ ਕੀ ਬਣੇਗਾ, ਕਹਿੰਦੇ ਉਹ ਤਾਂ ਜੁਮਲਾ ਸੀਗਾ। ਸੋ ਇਹੋ ਜਿਹੇ ਬੰਦੇ ਨੂੰ ਕਹਿਣਾ ਚਾਹੀਦਾ ਯੂ ਮਸਟ ਕੀਪ ਯੂਅਰ ਪ੍ਰੋਮਿਸ, ਜਿਹੜਾ ਪ੍ਰੋਮਿਸ ਤੁਸੀਂ ਕੀਤਾ ਹੈ, ਜਿਹੜਾ ਵਾਅਦਾ ਤੁਸੀਂ ਕੀਤਾ ਹੈ ਉਹਨੂੰ ਜ਼ਰੂਰ ਨਿਭਾਉਣਾ ਚਾਹੀਦਾ ਹੈ। ਯੂ ਮਸਟ ਕੀਪ ਯੂਅਰ ਪ੍ਰੋਮਿਸ, ਮਸਟ ਮੇ ਮੈਨੇ ਇਹ ਨਹੀਂ ਕਰੋ ਜਾਂ ਨਾ ਕਰੋ, ਮਸਟ ਮੈਨੇ ਜ਼ਰੂਰ, ਠੀਕ ਹੈ। ਫਿਰ ਦੇਖੋ ਬੱਚਿਓ, ਹੁਣ ਇੱਥੇ ought not to, ਇੱਥੇ ਵੀ ਟੂ ਆ ਗਿਆ, ਪਰ ਇੱਥੇ ਨੈਗੇਟਿਵ ਸ਼ਬਦ ਹੈ, ਨੈਗੇਟਿਵ ਸੈਂਟੈਂਸ ਹੈਗਾ, ਇਸ ਕਰਕੇ ਪਹਿਲੇ not ਆਇਆ। We ought not to walk on the grass। ਹੁਣ ਦੇਖੋ, ਜੇ ought not to ਦੀ ਜਗ੍ਹਾ ਮੈਂ should ਹੁੰਦਾ, ਫਿਰ ਮੈਂ ਕਹਿਣਾ ਸੀ we should not walk on the grass। should ਤੇ ਆ ਹੀ ਨਹੀਂ ਸਕਦਾ, ਜੇ should ਆਣਾ ਤੇ ਨਾਲ to ਨਹੀਂ ਆਣਾ, ਠੀਕ ਹੈ ਨਾ। ਜੇ ਮੈਂ should ਵਰਤਣਾ ਹੋਵੇ ਫਿਰ ਮੈਂ ਵਰਤ ਸਕਦਾ we should not, ਤੇ to ਉੜ ਜਾਏਗਾ walk on the grass। ਤੇ ਜੇ ought ਲਿਖਣਾ ਹੈ we ought not to walk on the grass, ਸਾਨੂੰ ਘਾਹ ਉੱਤੇ ਨਹੀਂ ਤੁਰਨਾ ਚਾਹੀਦਾ। ਕਈ ਜਗ੍ਹਾ ਬੱਚੋ, ਕਈ ਬਗੀਚੇ, ਕਈ ਪਾਰਕ, ਕਈ ਗਾਰਡਨ ਇਹੋ ਜਿਹੇ ਹੁੰਦੇ ਨੇ ਜਿੱਥੇ ਘਾਹ ਜਿਹੜੀ ਹੈ ਉਹ ਕੀਮਤੀ ਹੁੰਦੀ ਹੈ, ਤੇ ਉਹਨਾਂ ਨੇ ਬੜੀ ਪੱਧਰੀ ਕਰਕੇ ਬੜੀ ਸਫਾਈ ਦੇ ਨਾਲ ਕੱਟੀ ਹੁੰਦੀ ਹੈ, ਉਹ ਦੇਖਣ ਨੂੰ ਸੋਹਣੀ ਲੱਗਦੀ ਹੈ। ਉਹ ਤੇ ਤੁਸੀਂ ਚੱਦਰ ਚੁੱਦਰ ਵਿਛਾ ਕੇ ਬਹਿ ਸਕਦੇ ਹੋ, ਪਰ ਜੇ ਤੁਰੋਗੇ ਤੇ ਪੈਰ ਦੱਬਣ ਦੇ ਨਾਲ, ਸਾਡੇ ਭਾਰ ਦੇ ਨਾਲ ਉਹ ਘਾਹ ਦੇ ਜਿਹੜਾ ਰੰਗ ਰੂਪ, ਜਿਹੜੀ ਦਿੱਖ ਹੈਗੀ ਹੈ ਉਹ ਭੱਦੀ ਹੋ ਜਾਂਦੀ, ਵਿਗੜ ਜਾਂਦੀ ਹੈ। ਇਸ ਕਰਕੇ ਉੱਥੇ ਲਿਖਿਆ ਹੁੰਦਾ ਹੈ ਵੀ ਘਾਹ ਉੱਤੇ ਨਾ ਤੁਰੋ, ਜਿਹੜੀ ਉੱਥੇ ਪੱਥਰ ਦੀ ਪੇਵਮੈਂਟ ਫੁੱਟਪਾਥ ਬਣਾਈ ਹੈ ਉੱਤੇ ਤੁਰੋ, ਉੱਤੇ ਸੈਰ ਕਰ ਲਓ, ਘਾਹ ਤੇ ਇੱਕ ਪਾਸੇ ਬਹਿ ਜਾਓ, ਤੁਰਨਾ ਨਹੀਂ। ਸੋ ਵੀ ought not to walk on the grass, ਸਾਨੂੰ ਘਾਹ ਉੱਤੇ ਤੁਰਨਾ ਨਹੀਂ ਚਾਹੀਦਾ। ਟੇਕ ਹੀਡ ਲੈਸਟ ਯੂ ਸ਼ੁੱਡ ਫਾਲ, ਹੁਣ ਬੱਚਿਓ ਇੱਕ ਇਹ ਵੀ ਯਾਦ ਰੱਖ ਲਓ, ਲੈਸਟ ਤੇ ਸ਼ੁੱਡ ਇਹ ਜੋੜੀਦਾਰ ਨੇ, ਜਿੱਥੇ ਲੈਸਟ ਆਏ ਉੱਥੇ ਸ਼ੁੱਡ ਆਏਗਾ, ਠੀਕ ਹੈ। ਉੱਥੇ ਕਦੀ ਵੀ ਮਸਟ ਨਹੀਂ ਆਏਗਾ, ਹਮੇਸ਼ਾ ਯਾਦ ਰੱਖਣਾ। ਇੱਦਾਂ ਕਰੋ ਕਿਤੇ ਇੱਦਾਂ ਨਾ ਹੋ ਜਾਵੇ, ਠੀਕ ਹੈ ਨਾ। ਟੇਕ ਹੀਡ, ਹੀਡ ਮੈਨੇ ਧਿਆਨ ਦੇਵੋ, ਟੇਕ ਹੀਡ ਦਾ ਮਤਲਬ ਧਿਆਨ ਨਾਲ, ਲੈਸਟ ਯੂ ਸ਼ੁੱਡ ਫਾਲ ਕਿਤੇ ਡਿੱਗ ਨਾ ਜਾਓ, ਧਿਆਨ ਨਾਲ ਕਿਤੇ ਡਿੱਗ ਨਾ ਜਾਇਓ। ਟੇਕ ਹੀਡ ਲੈਸਟ ਯੂ ਸ਼ੁੱਡ ਫਾਲ। ਜਦੋਂ ਮੈਂ ਕਹਾਂ ਵਰਕ ਹਾਰਡ ਲੈਸਟ ਯੂ ਸ਼ੁੱਡ ਫੇਲ, ਮਿਹਨਤ ਕਰੋ ਕਿਤੇ ਫੇਲ ਨਾ ਹੋ ਜਾਇਓ, ਠੀਕ ਹੈ ਨਾ। ਸੋ ਟੇਕ ਹੀਡ ਧਿਆਨ ਦੇ ਨਾਲ, ਲੈਸਟ ਯੂ ਸ਼ੁੱਡ ਫਾਲ ਕਿਤੇ ਡਿੱਗ ਨਾ ਜਾਇਓ, ਠੀਕ ਹੈ। ਸੋ ਜਦੋਂ ਬੱਚੇ ਦਾ ਲੈਸਟ ਆਵੇ, ਲੈਸਟ ਦਾ ਜੋੜੀਦਾਰ ਹਮੇਸ਼ਾ ਸ਼ੁੱਡ ਆਉਂਦਾ ਹੈ, ਹਮੇਸ਼ਾ ਯਾਦ ਰੱਖਣਾ, ਨਿਸ਼ਾਨੀ ਪੱਕੀ ਹੈ, ਠੀਕ ਹੈ। ਡੂ ਯੂ ਥਿੰਕ ਸ਼ੀ ਵਿਲ ਐਪੋਲੋਜਾਈਜ਼, ਐਪੋਲੋਜਾਈਜ਼ ਹੁੰਦਾ ਮਾਫੀ ਮੰਗਣੀ, ਸੌਰੀ ਫੀਲ ਕਰਨਾ, ਪਛਤਾਵਾ ਕਰਨਾ। ਸੋ ਕਹਿਣ ਤੇ ਆਏਗਾ ਨਹੀਂ ਇੱਥੇ, ਤੇ ਬੜਾ ਅੰਡਰਸਟੂਡ ਹੈ। ਡੂ ਯੂ ਥਿੰਕ, ਕੀ ਤੁਹਾਨੂੰ ਲੱਗਦਾ ਹੈ ਸ਼ੀ ਵਿਲ ਐਪੋਲੋਜਾਈਜ਼, ਕਿ ਉਹ ਮਾਫੀ ਮੰਗੇਗੀ। ਅਸੀਂ ਕਦੀ ਇੱਦਾਂ ਥੋੜ੍ਹੀ ਕਹਿੰਦੇ ਹਾਂ ਵੀ ਤੁਹਾਨੂੰ ਲੱਗਦਾ ਕਿ ਉਹ ਮਾਫੀ ਮੰਗ ਸਕਦੀ ਹੈ, ਉਹ ਤੇ ਸਮਰੱਥਾ ਉੱਤੇ ਆ ਗਿਆ ਨਾ। ਮਾਫੀ ਤੇ ਮੰਗਣਾ ਨਾ ਮੰਗਣਾ ਸਮਰੱਥਾ ਉੱਤੇ ਨਹੀਂ ਹੈਗਾ, ਇਹ ਤੇ ਅੰਦਰੋਂ ਭਾਵ ਹੈਗਾ। ਸੋ ਡੂ ਯੂ ਥਿੰਕ ਸ਼ੀ ਵਿਲ ਐਪੋਲੋਜਾਈਜ਼, ਕੀ ਤੁਹਾਨੂੰ ਲੱਗਦਾ ਕਿ ਉਹ ਮਾਫੀ ਮੰਗੇਗੀ। ਉਹ ਕਹਿੰਦਾ ਭਾਈ ਮੈਨੂੰ ਤਾਂ ਨਹੀਂ ਲੱਗਦਾ, ਜਿੱਦਾਂ ਦਾ ਉਹਦਾ ਸੁਭਾਅ ਹੈਗਾ ਮੈਨੂੰ ਤਾਂ ਲੱਗਦਾ ਨਹੀਂ ਉਹ ਮਾਫੀ ਮੰਗੇਗੀ, ਹੈ ਨਾ। ਡੂ ਯੂ ਥਿੰਕ ਸ਼ੀ ਵਿਲ ਐਪੋਲੋਜਾਈਜ਼। ਫਿਰ ਆਈ ਵੁੱਡ ਲਾਈਕ ਟੂ ਸੀ ਦੈਟ ਬੁੱਕ, ਵਿਲ ਨਹੀਂ ਆਏਗਾ, ਵੁੱਡ ਮੈਨੇ ਹੁੰਦਾ ਵੀ ਥੋੜੀ ਇੱਕ ਰਿਕੁਐਸਟ ਟਾਈਪ ਕਹ ਲਓ, ਆਈ ਵੁੱਡ ਲਾਈਕ ਟੂ ਸੀ ਦੈਟ ਬੁੱਕ,
मैं ਉਹ ਵਾਲੀ ਕਿਤਾਬ ਦੇਖਣੀ ਪਸੰਦ ਕਰਾਂ ਜਿਸ 'ਚ ਵਿਲਿੰਗਨੈਸ ਆਵੇ, ਚਾਹਨਾ ਹੋਵੇ, ਇੱਛਾ ਹੋਵੇ, ਵਿਸ਼ ਹੋਵੇ, ਤੇ ਅਸੀਂ ਕਵਾਂਗੇ ਆਈ ਵੁੱਡ ਲਾਈਕ ਟੂ ਸੀ ਦੈਟ ਬੁੱਕ। ਵਿਲ ਜਚੇਗਾ ਨਹੀਂ ਬਿਲਕੁਲ ਵੀ, ਮੈਂ ਉਹ ਕਿਤਾਬ ਦੇਖਣੀ ਪਸੰਦ ਕਰਾਂਗਾ, ਕਿ ਉਹ ਤੇ ਪਸੰਦ ਆਏਗਾ ਨਾ ਵੀ ਇੱਛਾ ਵਿੱਚ ਇੱਛਾ ਦਾ ਭਾਵ ਆ ਗਿਆ। ਸੋ ਆਈ ਵੁੱਡ ਲਾਈਕ ਟੂ ਸੀ ਦੈਟ ਬੁੱਕ। ਅੱਗੇ ਆ ਗਿਆ ਵੀ ਸ਼ੁੱਡ ਲਵ ਅਵਰ ਨੇਬਰ। ਕੈਨ ਨਹੀਂ ਹੁੰਦਾ, ਕੈਨ ਤੇ ਵਾਲੀ ਕੈਨ ਕੈਨੋਟ ਤੇ ਉਹਦੇ ਸਮਰੱਥਾ ਦੀ ਗੱਲ ਆ ਗਈ ਨਾ ਇੱਕ। ਵੀ ਸ਼ੁੱਡ ਲਵ ਅਵਰ ਨੇਬਰ, ਸਾਨੂੰ ਆਪਣੇ ਗੁਆਂਢੀ ਨਾਲ ਪਿਆਰ ਕਰਨਾ ਚਾਹੀਦਾ ਹੈ। ਸ਼ੁੱਡ ਇਹ ਡਿਊਟੀ ਹੈ, ਓਬਲੀਗੇਸ਼ਨ ਹੈ। ਸਮਾਜ ਵਿੱਚ ਰਹਿੰਦੇ ਇੱਕ ਚੰਗੇ ਸ਼ਹਿਰੀ ਦੀ ਨਿਸ਼ਾਨੀ ਹੈ ਕਿ ਆਂਢ ਗੁਆਂਢ ਦੇ ਨਾਲ ਸਾਨੂੰ ਚੰਗਾ ਜਿਹੜਾ ਇਹ ਸੰਬੰਧ ਹੈ ਬਣਾ ਕੇ ਰੱਖਣਾ ਚਾਹੀਦਾ। ਸੋ ਵੀ ਸ਼ੁੱਡ ਲਵ ਅਵਰ ਨੇਬਰ, ਠੀਕ ਹੈ। ਯੂ ਸ਼ੁੱਡ ਕਮ ਟੂ ਸਕੂਲ ਇਨ ਟਾਈਮ। ਹੁਣ ਮੇ ਤੇ ਆ ਹੀ ਨਹੀਂ ਸਕਦਾ, ਮੇਰੇ ਨਾਲ ਵੀ ਚਾਹੇ ਟਾਈਮ ਨਾ ਆਓ ਚਾਹੇ ਨਾ ਆਓ, ਯੂ ਮੇ, ਤੁਸੀਂ ਚਾਹੋ ਤੇ ਸਕੂਲ ਟਾਈਮ ਆਓ, ਇਹ ਤੇ ਹੋ ਜਾਏਗਾ ਮਤਲਬ ਇਹ। ਸੋ ਯੂ ਸ਼ੁੱਡ ਕਮ ਟੂ ਸਕੂਲ ਇਨ ਟਾਈਮ, ਤੁਹਾਨੂੰ ਸਕੂਲ ਵਿੱਚ ਟਕਸਾਲ ਵਿੱਚ ਸਮੇਂ ਸਿਰ ਆਉਣਾ ਚਾਹੀਦਾ ਹੈ। ਇਨ ਟਾਈਮ, ਸਮੇਂ ਦੇ ਪਾਬੰਦ ਹੋਣਾ ਚਾਹੀਦਾ, ਸਮੇਂ ਸਿਰ ਆਉਣਾ ਚਾਹੀਦਾ ਹੈ। ਸੋ ਸ਼ੁੱਡ ਕੀ ਹੈਗਾ ਇੱਥੇ, ਡਿਊਟੀ ਹੈਗੀ ਹੈ, ਫਰਜ਼ ਹੈਗਾ ਹੈ ਨਾ ਤੁਹਾਡਾ, ਹੈ ਮਤਲਬ ਕਿ ਉਹ ਬਣਦਾ ਹੈ, ਡਿਊਟੀ ਬਣਦੀ ਹੈ, ਫਰਜ਼ ਬਣਦਾ ਹੈ, ਯੂ ਸ਼ੁੱਡ ਕਮ ਟੂ ਸਕੂਲ ਇਨ ਟਾਈਮ। ਫਿਰ ਅਗਲਾ ਆ ਗਿਆ ਯੂ ਮਸਟ ਸੀ ਅ ਡਾਕਟਰ ਐਟ ਵੰਸ। ਹੁਣ ਮਸਟ ਕੀ ਆ ਗਿਆ, ਸਲਾਹ ਆ ਗਈ, ਜ਼ਰੂਰੀ। ਜਿਹੜੇ ਦੇਖਿਆ ਵੀ ਅੱਖ ਲਾਲ ਹੋ ਗਈ ਹੈ ਜਾਂ ਬੁਖਾਰ ਬਹੁਤ ਤੇਜ਼ ਹੈਗਾ ਤੇ ਬੰਦਾ ਘੋਲ ਕਰੀ ਜਾ ਰਿਹਾ ਤੇ ਦੋਸਤ ਕਹਿੰਦਾ ਨਹੀਂ ਭਾਜੀ ਇਹ ਤੇ ਠੀਕ ਨਹੀਂ ਹੈਗਾ, ਯੂ ਮਸਟ ਸੀ ਅ ਡਾਕਟਰ ਐਟ ਵੰਸ। ਐਟ ਵੰਸ ਮੈਨੇ ਹੁਣੇ ਹੀ, ਇੱਕੋ ਦਮ, ਬਿਨਾਂ ਦੇਰੀ ਕੀਤੇ। ਐਟ ਵੰਸ ਦਾ ਮਤਲਬ ਬਿਨਾਂ ਦੇਰੀ ਕੀਤੇ, ਯਕਦਮ, ਹੁਣੇ ਹੀ। ਯੂ ਮਸਟ ਸੀ ਅ ਡਾਕਟਰ, ਤੁਹਾਨੂੰ ਹੁਣੇ ਡਾਕਟਰ ਕੋਲ ਜਾਣਾ ਚਾਹੀਦਾ ਹੈ। ਸੀ ਅ ਡਾਕਟਰ ਦਾ ਮਤਲਬ ਹੁੰਦਾ ਡਾਕਟਰ ਨੂੰ ਮਿਲਣਾ ਚਾਹੀਦਾ ਹੈ, ਡਾਕਟਰ ਕੋਲ ਜਾਣਾ ਚਾਹੀਦਾ ਹੈ। ਸੋ ਇਹ ਮਸਟ ਹੈਗਾ। ਮਸਟ ਮੈਨੇ ਇੱਕ ਅਤ ਜ਼ਰੂਰੀ ਗੱਲ ਵੀ ਆ ਗਈ ਤੇ ਇੱਕ ਸਲਾਹ ਵੀ ਆ ਗਈ ਤੇ ਕੰਪਲਸ਼ਨ ਮੈਨੇ ਇੱਕ ਅਤ ਜ਼ਰੂਰੀ ਭਾਵ ਵੀ ਆ ਗਿਆ ਇਸ, ਠੀਕ ਹੈ। ਸੋ ਯੂ ਮਸਟ ਸੀ ਅ ਡਾਕਟਰ ਐਟ ਵੰਸ। ਐਟ ਵੰਸ ਦਾ ਮਤਲਬ ਬਿਨਾਂ ਦੇਰੀ ਕੀਤੇ। ਫਿਰ ਦਸਵਾਂ ਆ ਗਿਆ ਆਈ ਸ਼ੈਲ, ਇਹ ਸਿੰਪਲ ਫਿਊਚਰ ਟੈਂਸ ਹੈਗਾ, ਆਈ ਔਰ ਵੀ ਦੇ ਨਾਲ ਸ਼ੈਲ ਆਉਂਦਾ ਹੈ। ਆਈ ਸ਼ੈਲ ਕਮ, ਮੈਂ ਆਵਾਂਗਾ। ਇਫ ਇਟ ਰੇਨਸ, ਜੇ ਮੀਂਹ ਪੈਂਦਾ ਹੈ ਤੇ ਮੈਂ ਆਵਾਂਗਾ, ਠੀਕ ਹੈ। ਸ਼ੁੱਡ ਤੇ ਹੁੰਦਾ ਹੀ ਨਹੀਂ, ਸ਼ੁੱਡ ਤੇ ਗੱਲ ਬਣੇਗੀ ਨਹੀਂ। ਆਈ ਸ਼ੁੱਡ ਕਮ, ਮੈਨੂੰ ਆਉਣਾ ਚਾਹੀਦਾ ਹੈ, ਇਫ ਇਟ ਰੇਨਸ, ਇਹ ਗੱਲ ਨਹੀਂ ਬਣਦੀ ਕੋਈ। ਆਈ ਸ਼ੈਲ ਕਮ, ਮੈਂ ਆਵਾਂਗਾ, ਇਫ ਇਟ ਰੇਨਸ, ਜੇ ਮੀਂਹ ਪੈਂਦਾ ਹੈ। ਆਹ ਹੁਣ ਅਗਲੀ ਐਕਸਰਸਾਈਜ਼ ਵੀ ਕਰ ਲਈ, ਆਖਰੀ ਐਕਸਰਸਾਈਜ਼ ਨੰਬਰ 6। ਚੂਜ਼ ਦੀ ਕਰੈਕਟ ਮੋਡਲਸ, ਸਹੀ ਜਿਹੜਾ ਮਾਡਲ ਹੈ ਉਹਦੀ ਚੋਣ ਕਰੋ। ਫਰੋਮ ਦੀ ਬ੍ਰੈਕਟਸ, ਬ੍ਰੈਕਟਾਂ ਵਿੱਚੋਂ, ਐਂਡ ਫਿਲ ਇਨ ਦੀ ਬਲੈਂਕਸ, ਅਤੇ ਖਾਲੀ ਥਾਂ ਭਰੋ। ਸੋ ਵਿਲ ਯੂ ਬੈਟ 100 ਰੁਪੀਜ਼, ਕੀ ਤੂੰ 100 ਰੁਪਏ ਦੀ ਸ਼ਰਤ ਲਗਾਏਗਾ। ਸੋ ਬੱਚਿਓ ਯੂ ਦੇ ਨਾਲ ਤੇ ਵਿਲ ਹੀ ਆਏਗਾ, ਸ਼ੈਲ ਜ਼ਿਆਦਾਤਰ ਆਈ ਔਰ ਵੀ ਦੇ ਨਾਲ ਆਉਂਦਾ ਹੈ, ਠੀਕ ਹੈ। ਇੱਥੇ ਯੂ ਹੈਗਾ। ਸੋ ਵਿਲ ਯੂ ਬੈਟ 100 ਰੁਪੀਜ਼, ਬੈਟ ਮੈਨੇ ਹੁੰਦਾ ਸ਼ਰਤ ਲਾਣੀ, ਕੀ ਤੂੰ 100 ਰੁਪਏ ਦੀ ਸ਼ਰਤ ਲਾਏਗਾ, ਠੀਕ ਹੈ। ਦੀ ਪੁਲਿਸ, ਹੁਣ ਇੱਥੇ ਵੀ ਦੇਖੋ ਆਈ ਔਰ ਵੀ ਨਹੀਂ ਹੈਗਾ, ਆਈ ਔਰ ਵੀ ਹੁੰਦਾ ਤੇ ਸ਼ੈਲ ਆਉਣਾ ਸੀਗਾ। ਦੀ ਪੁਲਿਸ ਵਿਲ ਫਾਈਂਡ ਆਊਟ ਦੀ ਕਲਪ੍ਰਿਟ, ਕਲਪ੍ਰਿਟ ਹੁੰਦਾ ਦੋਸ਼ੀ, ਫਾਈਂਡ ਆਊਟ ਮੈਨੇ ਲੱਭ ਲਏਗੀ, ਜਿਹੜੀ ਪੁਲਿਸ ਹੈਗੀ ਏ ਉਹ ਦੋਸ਼ੀ ਨੂੰ ਲੱਭ ਲਏਗੀ, ਠੀਕ ਹੈ। ਸਿੰਪਲ ਫਿਊਚਰ ਟੈਂਸ ਦੀ ਗੱਲ ਹੈ, ਪੁਲਿਸ ਤਫਤੀਸ਼ ਕਰਦੀ ਪਈ ਹੈ, ਰਿਪੋਰਟ ਲਿਖ ਲਈ ਹੈ, ਉਹਦਾ ਵੇਰਵਾ ਲੈ ਲਿਆ ਕਿ ਪੁਲਿਸ ਵਿਲ ਫਾਈਂਡ ਆਊਟ ਦੀ ਕਲਪ੍ਰਿਟ, ਜਿਹੜੀ ਪੁਲਿਸ ਹੈ ਉਹ ਕਲਪ੍ਰਿਟ ਨੂੰ, ਦੋਸ਼ੀ ਨੂੰ ਲੱਭ ਲਏਗੀ। ਆ ਜੱਜ ਮਸਟ ਬੀ ਅਪਰਾਈਟ, ਅਪਰਾਈਟ ਮੈਨੂੰ ਹੁੰਦਾ ਹੈ ਇਮਾਨਦਾਰ, ਮਤਲਬ ਜੇ ਤੇ ਕੋਈ ਦੋਸ਼ ਨਾ ਲੱਗਾ, ਜੇ ਤੇ ਕੋਈ ਉਂਝ ਨਾ ਲਾ ਸਕੇ, ਜੇ ਤੇ ਕੋਈ ਉਂਗਲ ਨਾ ਚੱਕ ਸਕੇ, ਕਹਿੰਦੇ ਅਪਰਾਈਟ। ਅਪਰਾਈਟ ਹੁੰਦਾ ਹੈ ਬਿਲਕੁਲ ਕੋਈ ਵਿਤਕਰਾ ਨਹੀਂ ਕਰਦਾ, ਕੋਈ ਵੱਡੀ ਨਹੀਂ ਲੈਂਦਾ, ਕੋਈ ਹੇਰਾ ਫੇਰੀ ਨਹੀਂ ਕਰਦਾ, ਕੋਈ ਛਲ ਕਪਟ ਨਹੀਂ ਕਰਦਾ, ਕਿਸੇ ਦਾ ਮਤਲਬ ਕਿ ਕਿਸੇ ਦਾ ਇੱਕ ਪਾਸੇ ਦਾ ਉਹਦਾ ਸਾਥ ਨਹੀਂ ਦਿੰਦਾ, ਬਿਲਕੁਲ ਨਿਰਪੱਖ ਹੋ ਕੇ ਜੋ ਕੰਮ ਕਰੇ ਉਹਨੂੰ ਕਹਿੰਦੇ ਨੇ ਅਪਰਾਈਟ, ਇਮਾਨਦਾਰ। ਸੋ ਆ ਜੱਜ, ਜਿਹੜਾ ਜੱਜ ਹੈ ਮਸਟ ਬੀ ਅਪਰਾਈਟ। ਔਟ ਤੇ ਹੋ ਹੀ ਨਹੀਂ ਸਕਦਾ, ਜੇ ਔਟ ਹੁੰਦਾ ਤੇ ਟੂ ਆਉਣਾ ਸੀਗਾ, ਤੇ ਟੂ ਤੇ ਹੈ ਹੀ ਨਹੀਂ। ਆ ਜੱਜ ਔਟ ਟੂ ਬੀ ਅਪਰਾਈਟ, ਇੱਦਾਂ ਹੋਣਾ ਸੀਗਾ, ਆ ਜੱਜ ਔਟ ਟੂ ਬੀ, ਇੱਕ ਜੱਜ ਨੂੰ ਅਪਰਾਈਟ ਹੋਣਾ ਚਾਹੀਦਾ ਹੈ। ਸੋ ਇੱਥੇ ਮਸਟ ਆਏਗਾ, ਆ ਜੱਜ ਮਸਟ ਬੀ ਅਪਰਾਈਟ, ਮਤਲਬ ਕਿ ਇਹਦਾ ਫਰਜ਼ ਵੀ ਹੈ ਤੇ ਇੱਕ ਬੜੀ ਸਮਾਜ ਵੱਲੋਂ ਉਹਨੂੰ ਸਲਾਹ ਵੀ ਹੈ, ਤੇ ਉਹਦੇ ਸਮਾਜ ਦੇ ਵੱਲੋਂ ਉਹਦੇ ਉੱਤੇ ਸਿਰ ਤੇ ਕੁੰਡਾ ਵੀ ਹੈ ਕਿ ਅਤ ਜ਼ਰੂਰੀ ਹੈ। ਆ ਜੱਜ ਮਸਟ ਬੀ ਅਪਰਾਈਟ, ਇਹ ਤੇ ਹੋਣਾ ਹੀ ਬਣਦਾ ਹੈ। ਸਟੂਡੈਂਟਸ ਔਟ ਟੂ, ਦੇਖੋ ਟੂ ਸੀ ਨਾ ਤਾਂ ਸਿੱਧਾ ਹੀ ਔਟ ਆ ਗਿਆ, ਸੋਚਣ ਦੀ ਲੋੜ ਹੀ ਨਹੀਂ ਵੀ ਮਸਟ ਤੇ ਆ ਹੀ ਨਹੀਂ ਸਕਦਾ ਇੱਥੇ। ਸਟੂਡੈਂਟਸ ਔਟ ਟੂ ਮੇਨਟੇਨ ਡਿਸਿਪਲਿਨ, ਟੂ ਮੇਨਟੇਨ ਡਿਸਿਪਲਿਨ ਦਾ ਕੀ ਹੁੰਦਾ ਹੈ, ਅਨੁਸ਼ਾਸਨ ਬਣਾ ਕੇ ਰੱਖਣਾ ਚਾਹੀਦਾ ਹੈ। ਤੇ ਮੈਂ ਇੱਥੇ ਵੀ ਕਹਿ ਸਕਦਾ ਸਟੂਡੈਂਟਸ ਸ਼ੁੱਡ ਮੇਨਟੇਨ ਡਿਸਿਪਲਿਨ, ਮੈਂ ਤੁਹਾਨੂੰ ਵਾਰ-ਵਾਰ ਇਹ ਕਹਿ ਰਿਹਾ, ਔਟ ਟੂ ਦੀ ਜਗ੍ਹਾ ਸ਼ੁੱਡ ਵੀ ਆ ਸਕਦਾ ਹੈ ਤੇ ਮਸਟ ਵੀ ਆ ਸਕਦਾ ਹੈ। ਜਿੱਥੇ ਬਹੁਤ ਜ਼ਰੂਰੀ ਹੋ ਜਾਏ ਕਿਤੇ ਖਾਸ ਸੰਸਥਾ ਵਿੱਚ, ਇੱਥੇ ਅਨੁਸ਼ਾਸਨ ਤੇ ਬਹੁਤ ਜ਼ੋਰ ਦਿੱਤਾ ਜਾਵੇ, ਤੇ ਉੱਥੇ ਉਹ ਵੀ ਕਹਿ ਸਕਦੇ ਨੇ ਸਟੂਡੈਂਟਸ ਮਸਟ ਮੇਨਟੇਨ ਡਿਸਿਪਲਿਨ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਤੇ ਅਸੀਂ ਕਿਸੇ ਵੀ ਕਿਸਮ ਦਾ ਸਮਝੌਤਾ ਕਰਨ ਨੂੰ ਤਿਆਰ ਨਹੀਂ। ਪਰ ਉੱਥੇ ਵੀ ਟੂ ਨਹੀਂ ਆਏਗਾ,
ਇਹ ਟੂ ਕਰਕੇ ਮੈਂ ਇੱਥੇ ਚੁੱਪ ਕਰਕੇ ਅੱਖਾਂ ਮੀਟ ਕੇ ਔਟ ਲਗਾ ਦਿੱਤਾ ਹੈ। ਠੀਕ ਹੈ ਬੱਚਿਓ। ਸੋ ਸਟੂਡੈਂਟਸ ਔਟ ਟੂ ਮੇਨਟੇਨ ਡਿਸਿਪਲਿਨ। ਮੇਨਟੇਨ ਡਿਸਿਪਲਿਨ ਮੈਨੇ ਅਨੁਸ਼ਾਸਨ ਬਣਾ ਕੇ ਰੱਖਣਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਅਨੁਸ਼ਾਸਨ ਬਣਾ ਕੇ ਰੱਖਣਾ ਚਾਹੀਦਾ ਹੈ। ਫਿਰ ਆ ਗਿਆ ਇੰਡੀਆ ਮੇ ਨਾਟ ਵਿਨ ਦਿਸ ਮੈਚ। ਹੁਣ ਇੱਕ ਸੰਭਾਵਨਾ ਆ ਗਈ ਹੈ, ਮੈਚ ਚੱਲਦਾ ਪਿਆ, ਦਵਾਟੇ ਹੈਗਾ, ਤੇ ਜੋ ਪਰਫਾਰਮੈਂਸ ਚੱਲਦੀ ਪਈ ਹੈ ਖਿਡਾਰੀਆਂ ਦੀ, ਟੀਮ ਦੀ, ਤੇ ਬੰਦਾ ਟਿੱਪਣੀ ਕਰਦਾ ਇੰਡੀਆ ਮੇ ਨਾਟ ਵਿਨ ਦਿਸ ਮੈਚ। ਲੱਗਦਾ ਹੈ ਸ਼ਾਇਦ ਇੰਡੀਆ ਇਹ ਵਾਲਾ ਮੈਚ ਨਾ ਜਿੱਤ ਸਕੇ। ਸ਼ਾਇਦ ਇੰਡੀਆ ਇਹ ਵਾਲਾ ਮੈਚ ਨਾ ਜਿੱਤੇ, ਸ਼ਾਇਦ ਇੰਡੀਆ ਇਹ ਵਾਲਾ ਮੈਚ ਨਾ ਜਿੱਤ ਪਾਏ। ਠੀਕ ਹੈ ਨਾ, ਇੰਡੀਆ ਮੇ ਨਾਟ ਵਿਨ ਦਿਸ ਮੈਚ। ਠੀਕ ਹੈ। ਫਿਰ ਆ ਗਿਆ ਦੀ ਗਰਲ ਮੇ ਔਰ ਮੇ ਨਾਟ ਡਾਂਸ। ਕੁੜੀ ਸ਼ਾਇਦ ਨੱਚੇ ਜਾਂ ਨਾ ਨੱਚੇ, ਮਤਲਬ ਕਿ ਕੋਈ ਪ੍ਰੋਗਰਾਮ ਹੈ ਉਹਦੇ ਲਈ ਉਹਨੂੰ ਕਿਹਾ ਵੀ ਸਟੇਜ ਤੇ ਤੁਸੀਂ ਪਰਫਾਰਮ ਕਰ ਸਕਦੇ ਹੋ, ਇਹ ਭਾਰਤ ਨਾਟਿਅਮ ਜਾਂ ਗਿੱਧਾ ਜਾਂ ਕੋਈ ਪ੍ਰੋਗਰਾਮ ਹੈਗਾ, ਤੇ ਉਹ ਕਹਿੰਦੇ ਅੱਛਾ ਪੁੱਛ ਕੇ ਦੇਖਾਂਗੇ ਦੀ ਗਰਲ, ਜਿਹੜੀ ਕੁੜੀ ਹੈ ਮਤਲਬ ਬਿਮਾਰ ਹੈ ਜਾਂ ਕੋਈ ਪ੍ਰੋਬਲਮ ਹੈ ਜਾਂ ਜੋ ਵੀ ਹੈ, ਦੀ ਗਰਲ ਮੇ ਔਰ ਮੇ ਨਾਟ ਡਾਂਸ। ਜਿਹੜੀ ਕੁੜੀ ਹੈ ਦੀ ਗਰਲ, ਕੋਈ ਖਾਸ ਕੁੜੀ ਦੀ ਗੱਲ ਹੋ ਰਹੀ ਹੈ, ਜਿਹੜੀ ਕੁੜੀ ਹੈ ਸ਼ਾਇਦ ਨੱਚੇ, ਮੇ ਨਾਟ ਡਾਂਸ, ਸ਼ਾਇਦ ਨਾ ਨੱਚੇ। ਸੋ ਇੱਥੇ ਮੇ ਆਏਗਾ, ਕੈਨ ਤੇ ਬਿਲਕੁਲ ਨਹੀਂ ਆ ਸਕਦਾ, ਕਹਿਣ ਦੀ ਤੇ ਗੱਲ ਕੋਈ ਬਣਦੀ ਨਹੀਂ ਹੈਗੀ। ਸੋ ਮੇ ਹੈ, ਮੇ ਔਰ ਮੇ ਨਾਟ ਡਾਂਸ। ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੀਆਂ ਲੈਸਨ ਨੰਬਰ 2 ਮੋਡਲਸ ਦੀਆਂ 3 ਐਕਸਰਸਾਈਜ਼ 4, 5, 6। ਸੋ ਇਸੇ ਤਰ੍ਹਾਂ ਮਿਹਨਤ ਦੇ ਨਾਲ, ਨਿਰੰਤਰਤਾ ਦੇ ਨਾਲ, ਅਨੁਸ਼ਾਸਨ ਦੇ ਨਾਲ ਤੁਸੀਂ ਸਾਰੇ ਸੈਂਟੈਂਸਸ ਦੀ ਬੜੀ ਰੀਝ ਦੇ ਨਾਲ, ਲਗਨ ਦੇ ਨਾਲ ਅਭਿਆਸ ਕਰਦੇ ਰਹੋ, ਤੇ ਦੇਖੋ ਤੁਹਾਡੀ ਅੰਗਰੇਜ਼ੀ ਦੀ ਮੁਹਾਰਤ ਜਿਹੜੀ ਹੈ ਉਹ ਬਹੁਤ ਵਧੀਆ ਹੋ ਜਾਏਗੀ। ਤੇ ਇਹਦੇ ਬਾਰੇ, ਇਸ ਬੋਲੀ ਬਾਰੇ ਤੁਹਾਨੂੰ ਜਿਹੜਾ ਡਰ ਲੱਗਣਾ ਜਿਹੜਾ ਹੈਗਾ ਉਹ ਆਪੇ ਹੀ ਬੰਦ ਹੋ ਜਾਏਗਾ, ਤੇ ਸਹਿਜੇ ਸਹਿਜੇ ਕਰਦੇ ਕਰਦੇ ਇਹ 'ਚ ਆਪੇ ਤੁਹਾਡੀ ਲਿਖਣ ਦੀ, ਬੋਲਣ ਦੀ, ਪੜ੍ਹਨ ਦੀ ਮੁਹਾਰਤ ਆਉਂਦੀ ਜਾਏਗੀ। ਇਹ ਬੱਚੋ ਜਿੰਨੀ ਜ਼ਿਆਦਾ ਰੀਡਿੰਗ ਕਰੋਗੇ ਉਨੀ ਜ਼ਿਆਦਾ ਤੁਹਾਡੀ ਜਿਹੜੀ ਮੁਹਾਰਤ ਆਏਗੀ। ਜਿੰਨੀ ਰੀਡਿੰਗ, ਪੰਜਾਬੀ ਦੀ ਰੀਡਿੰਗ ਵੀ ਰੱਜ ਕੇ ਕਰਿਆ ਕਰੋ, ਤੇ ਅੰਗਰੇਜ਼ੀ ਦੀ ਰੀਡਿੰਗ ਵੀ। ਤੁਹਾਡੀ ਜਿਹੜੀ ਸਕੂਲ ਦੀ ਕਿਤਾਬਾਂ ਨੇ, ਜੇ ਤੁਸੀਂ ਉਹਨਾਂ ਨੂੰ ਰੀਝ ਦੇ ਨਾਲ ਪੜ੍ਹ ਲਵੋ ਧਿਆਨ ਦੇ ਨਾਲ, ਤੇ ਤੁਹਾਡਾ ਬਹੁਤ ਸਾਰਾ ਜਿਹੜਾ ਮਸਲਾ ਹੈ ਉਹ ਆਪੇ ਹੀ ਹੱਲ ਹੋ ਜਾਏਗਾ। ਸੋ ਇਸੇ ਤਰ੍ਹਾਂ ਤੁਸੀਂ ਮਿਹਨਤ ਨਾਲ ਪੜ੍ਹਦੇ ਰਹੋ, ਤੇ ਅਗਲੀ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।